सत्ता ते लियाउण दे लई हुम हुमा के जिहड़ा वोट दे हक दा इस्तेमाल कीता जांदा है। आखिरकार इदां क्यों? ਅਸਲ ਦੇ ਵਿੱਚ ਇਹ ਹੈ ਕਿ ਹਰ ਬੰਦਾ ਜਿਹੜਾ ਕੋਈ ਦੇਸ਼ ਦਾ ਨਾਗਰਿਕ ਹੈ ਉਹ ਕਿਤੇ ਨਾ ਕਿਤੇ ਕੋਈ ਤਾਕਤ ਚਾਹੁੰਦਾ ਹੈ। ਸਾਡੇ ਡੈਮੋਕ੍ਰੇਸੀ ਦੇ ਵਿੱਚ ਉਹਨੂੰ 5 ਸਾਲ ਬਾਅਦ ਇੱਕ ਦਿਨ ਦੀ ਉਹ ਤਾਕਤ ਮਿਲਦੀ ਹੈ। ਉਹ ਤਾਕਤ ਹੈ ਵੋਟ ਦੀ। ਇਸ ਕਰਕੇ ਉਹਦਾ ਤਾਂ ਵਰਤੋਂ ਕਰਨਾ ਹੀ ਚਾਹੁੰਦਾ ਹੈ, ਬਲਕਿ ਉਹ ਲੋਕ ਵੋਟ ਦੀ ਵਰਤੋਂ ਨਹੀਂ ਕਰਦੇ ਜਿਨ੍ਹਾਂ ਕੋਲ ਬਹੁਤ ਵੱਡੇ ਪੱਧਰ ਤੇ ਪੈਸਾ ਹੈ, ਪਹਿਲਾਂ ਹੀ ਤਾਕਤ ਹੈ। ਉਹਨਾਂ ਨੂੰ ਪਤਾ ਹੈ ਕਿ ਸਿਸਟਮ ਦੇ ਵਿੱਚ ਕੰਮ ਤਾਂ ਸਾਡੇ ਹੀ ਹੋਣੇ ਨੇ। ਇੱਕ ਤਾਂ ਚੋਣ ਮੈਨੀਫੈਸਟੋ ਜਿਹੜਾ ਇਹ ਹੋਵੇ ਕਿ ਉਹ ਕਾਨੂੰਨੀ ਦਸਤਾਵੇਜ਼ ਬਣੇ। ਜੇ ਕੋਈ ਪਾਰਟੀ ਜਾਂ ਕੋਈ ਵਿਅਕਤੀ ਜਿਹੜਾ ਵੀ ਇਹ ਕਹਿੰਦਾ ਕਿ ਮੈਂ ਤੁਹਾਡੇ ਨਾਲ ਆਹ ਕੰਮ ਕਰੂੰਗਾ, ਉਦੋਂ ਬਾਅਦ ਉਹਦੇ ਚੋਣ ਲੜਨ ਤੇ ਪਾਬੰਦੀ ਹੋਵੇ ਤੇ ਉਹਨੂੰ ਸਜ਼ਾ ਹੋ ਸਕਦੀ ਹੋਵੇ, ਤਾਂ ਕਿ ਝੂਠੇ ਵਾਅਦੇ ਨਾ ਹੋਣ। ਅਗਲੀ ਗੱਲ ਇਹ ਹੈ ਕਿ ਜੇ 5 ਸਾਲ ਤੱਕ ਉਹ ਠੀਕ ਕੰਮ ਨਹੀਂ ਕਰਦਾ, ਉਦੋਂ ਪਹਿਲਾਂ ਵੀ ਜਿਹੜੇ ਲੋਕ ਚੁਣ ਸਕਦੇ ਨੇ ਉਹਨਾਂ ਨੂੰ ਹਟਾਉਣ ਦਾ ਹੱਕ ਵੀ ਹੋਣਾ ਚਾਹੀਦਾ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਹੋਇਆ ਲਗਾਤਾਰ। ਰਵਨੀਤ ਬਿੱਟੂ ਲਗਾਤਾਰ ਜਿਹੜੇ ਵਿਰੋਧ ਦੇ ਘੇਰੇ ਦੇ ਵਿੱਚ ਆ ਰਹੇ ਨੇ। ਕਿਤੇ ਨਾ ਕਿਤੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਭਵਿੱਖ ਹੈ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਰਾਹੀਂ ਬਦਲ ਸਕਦਾ ਹੈ, ਲੋਕਾਂ ਦਾ ਰੁਝਾਨ ਜਿਹੜਾ ਹੈ ਉਹ ਬਦਲ ਸਕਦਾ ਹੈ। ਨਹੀਂ, ਬਿਲਕੁਲ ਜਿਹੜਾ ਕਿਸਾਨ ਅੰਦੋਲਨ ਹੈ ਉਹਨਾਂ ਨੇ ਲੋਕਾਂ ਨੂੰ ਹਿੰਮਤ ਦਿੱਤੀ ਹੈ। ਦੋ ਗੱਲਾਂ ਕੀਤੀਆਂ ਨੇ, ਉਹਨਾਂ ਨੂੰ ਜਾਗਰੂਕ ਵੀ ਕੀਤਾ ਤੇ ਉਹਨਾਂ 'ਚ ਇੱਕ ਭਰੋਸਾ ਵੀ ਮਤਲਬ ਆਪਣੇ ਆਪ ਤੇ ਭਰੋਸਾ ਪੈਦਾ ਕੀਤਾ। ਹੁਣ ਤੱਕ ਤਾਂ ਇਹ ਬਣਾਤਾ ਸੀ ਨਾ ਕਿ ਮੋਦੀ ਹਾਰ ਹੀ ਨਹੀਂ ਸਕਦਾ, ਜਿੱਥੇ ਵੀ ਜਾਂਦੇ ਨੇ ਜਿੱਤ ਹੀ ਸਕਦਾ ਜੇ ਮੁਮਕਿਨ ਹੈ। ਤੇ ਹੁਣ ਇਹ ਚੈਲੰਜ ਹੋ ਗਿਆ ਬੰਗਾਲ ਤੋਂ ਬਾਅਦ ਤੇ ਬਾਕੀ ਸੂਬਿਆਂ ਤੱਕ ਨਹੀਂ, ਉਹਨੂੰ ਜਦ ਮਰਜ਼ੀ ਹਰਾਇਆ ਜਾ ਸਕਦਾ। ਕੱਲ੍ਹ ਨੂੰ ਯੂਪੀ ਵੀ ਹਰਾਤੀ ਤਾਂ ਉਧਰਲੇ ਮੋਹਰੇ ਜਿਹੜੇ ਨੇ ਉਹ ਕਮਜ਼ੋਰ ਹੋਣਗੇ ਤੇ ਇੱਧਰਲੇ ਹੋਣਗੇ। ਉਮੀਦ ਹੈ 24 ਆਉਂਦੇ ਤਾਂ ਸ਼ਾਇਦ 24 ਤੋਂ ਪਹਿਲਾਂ ਵੀ ਜੇ ਅੰਦੋਲਨ ਇਹ ਉਦੋਂ 22 ਤੱਕ ਨਹੀਂ ਸਿਮਟਦਾ ਤਾਂ ਇਹ ਅੰਦੋਲਨ ਓਡਾ ਵੱਡਾ ਰੂਪ ਲੈ ਸਕਦਾ ਕਿ 24 ਤੋਂ ਪਹਿਲਾਂ ਵੀ ਅਸਤੀਫਾ ਦੇਣਾ ਪਵੇ ਮੋਦੀ ਨੂੰ। ਕੋਈ ਜ਼ਰੂਰੀ ਨਹੀਂ 24 ਲਿਖਣੀ ਹੈ। ਕਿਸ ਤਰੀਕੇ ਨਾਲ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਇੱਕ ਵਾਰੀ ਫੇਰ ਤੋਂ ਜਿਹੜੀ ਸਰਗਰਮੀ ਫੜ ਰਹੀ ਹੈ ਪੰਜਾਬ ਦੇ ਵਿੱਚ, ਔਰ ਪੰਜਾਬ ਦੀ ਸਿਆਸਤ ਦੇ ਜਿਹੜੇ ਸਮੀਕਰਨ ਨੇ ਉਹ ਕਿਸ ਤਰੀਕੇ ਨਾਲ ਬਣਨਗੇ? ਜਿਹੜੀ ਵੀ ਕੋਈ ਬਣੇਗੀ 19 ਦਾ ਕੋਈ ਫਰਕ ਨਹੀਂ ਪੈਣਾ। ਉਹਦਾ ਕਾਰਨ ਇਹ ਹੋ ਗਿਆ ਕਿ ਸੈਂਟਰਲਾਈਜੇਸ਼ਨ ਇੰਨੀ ਹੋ ਗਈ ਹੈ ਹੁਣ ਹਰ ਗੱਲ ਤੇ। ਖੇਤੀ ਵੀ ਕੇਂਦਰ ਦੇ ਕੋਲ ਚਲੀ ਗਈ, ਪੁਲਿਸ ਵੀ ਹੁਣ ਤਾਂ ਕੇਂਦਰ ਕੋਲ ਚਲੀ ਗਈ, ਕਿਉਂਕਿ NIA ਤੇ UAPA ਜਿਹਦੇ ਮਰਜ਼ੀ ਜਾ ਕੇ ਪੁਲਿਸ ਲਾ ਦਿੰਦੀ ਹੈ। ਤੇ ਹੁਣ ਟੈਕਸ ਲਾਉਣ ਤੇ ਟੈਕਸ ਹਟਾਉਣ ਦਾ ਹੱਕ ਵੀ GST ਦੇ ਰੂਪ ਦੇ ਵਿੱਚ ਕੇਂਦਰ ਕੋਲ ਚਲਾ ਗਿਆ। ਤਾਂ ਬੈਠ ਕੇ ਮੁੱਖ ਮੰਤਰੀ ਕੀ ਕਰੂਗਾ? 300 ਕਰੋੜ ਤੋਂ ਉੱਪਰ ਦਾ ਕਰਜ਼ਾ ਹੈ, ਉਹ ਹੋਰ ਵੱਧ ਸਕਦਾ ਹੈ। ਕਿਸੇ ਪਾਰਟੀ ਤੋਂ ਕੋਈ ਉਮੀਦ ਜਿਹੜੀ ਉਹ ਨਹੀਂ ਰੱਖੀ ਜਾ ਸਕਦੀ। ਨਹੀਂ, ਕਰਜ਼ਾ ਤਾਂ ਵੱਧਦਾ ਹੀ ਰਿਹਾ, ਹਰ ਗਵਰਨਮੈਂਟ 'ਚ ਵਧਿਆ। ਹੁਣ ਲਗਭਗ ਪੌਣੇ 3 ਲੱਖ ਕਰੋੜ ਰੁਪਈਆ ਹੋ ਗਿਆ ਔਰ 15-16 ਹਜ਼ਾਰ ਕਰੋੜ ਰੁਪਈਆ ਤੁਹਾਨੂੰ ਕਰਜ਼ੇ ਦਾ ਵਿਆਜ ਦੇਣਾ ਪੈ ਰਿਹਾ। ਪੰਜਾਬ ਦਾ ਬਜਟ ਕੀ ਹੈ ਇਸ ਵਾਰ? 82,000 ਕਰੋੜ ਰੁਪਈਆ ਇਹਨਾਂ ਨੂੰ ਇਕੱਠਾ ਹੋਇਆ ਮਾਲੀਆ ਐਤਕੀ ਦੇ ਸਾਲ ਦੇ ਵਿੱਚ। ਉਹਦੇ 'ਚੋਂ ਕੀ ਜਾਂਦਾ ਹੈ? ਉਹਦੇ 'ਚੋਂ 11,600 ਕਰੋੜ ਰੁਪਈਆ ਸਬਸਿਡੀ ਹੈ ਇੰਡਸਟਰੀਲਿਸਟ ਨੂੰ ਵੀ ਤੇ ਬਾਕੀ ਵੀ ਬਿਜਲੀ ਦੀ ਜਿਹੜੀ ਉਹ ਕਰ ਲਈ ਹੈ। ਤੇ ਉਹਦੇ 'ਚੋਂ 15-16 ਹਜ਼ਾਰ ਕਰੋੜ ਰੁਪਈਆ ਕਰਜ਼ੇ ਦਾ ਵਿਆਜ ਹੈ। ਉਹ 'ਚੋਂ ਲਗਭਗ 40,000 ਕਰੋੜ ਰੁਪਈਆ ਜਿਹੜਾ ਉਹ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਨੇ। ਕੀ ਬਚਿਆ ਲੋਕਾਂ ਨੇ? ਕੀ ਹੈ? ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਪ੍ਰੀਤ ਕੌਰ। ਇਨੀ ਦਿਨੀ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਸ ਦੇ ਲਈ ਸਰਕਾਰਾਂ ਲਗਾਤਾਰ ਸਵਾਲਾਂ ਦੇ ਘੇਰੇ 'ਚ ਨੇ, ਭਾਵੇਂ ਉਹ ਕਿਸਾਨੀ ਸੰਘਰਸ਼ ਹੋਵੇ ਜਾਂ ਹੋਰ ਜਿਹੜੇ ਮੁੱਦੇ ਨੇ, ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਪ੍ਰਦਰਸ਼ਨ ਹੋਵੇ, ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਲੋਕਾਂ ਦਾ ਪ੍ਰਦਰਸ਼ਨ ਹੋਵੇ ਜਾਂ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਹੋਵੇ। ਪੰਜਾਬ ਸਰਕਾਰ ਲਗਾਤਾਰ ਸਵਾਲਾਂ ਦੇ ਘੇਰੇ 'ਚ ਹੈ। ਔਰ ਦੇਸ਼ ਦੀ ਸਰਕਾਰ ਦੀ ਜੇ ਗੱਲ ਕਰੀਏ, ਮੋਦੀ ਸਰਕਾਰ ਦੀ, ਤਾਂ ਉਸ ਦੇ ਗੱਲ ਵੀ ਇੱਕ ਬਿਪਤਾ ਖੇਤੀ ਕਾਨੂੰਨਾਂ ਦੀ ਪਈ ਹੋਈ ਹੈ, ਜਿਸ ਨੂੰ ਕਿਸਾਨਾਂ ਨੇ ਕਾਲੇ ਕਾਨੂੰਨ ਕਰਾਰ ਦਿੱਤਾ ਹੈ। ਲਗਾਤਾਰ ਸਵਾਲਾਂ ਦੇ ਘੇਰੇ 'ਚ ਸਰਕਾਰਾਂ ਹੋਣ ਦੇ ਬਾਵਜੂਦ ਵੀ ਜਦੋਂ ਵੋਟਾਂ ਦੇ ਦਿਨ ਆਉਂਦੇ ਨੇ ਤਾਂ ਉਸ ਵੇਲੇ ਹੁਮ ਹੁਮਾ ਕੇ ਜਿਹੜੇ ਲੋਕ ਨੇ ਆਪਣੇ ਵੋਟ ਦਾ ਹੱਕ ਦਾ ਇਸਤੇਮਾਲ ਕਰਦੇ ਨੇ ਔਰ ਆਪਣੀ ਸਰਕਾਰ ਚੁਣਦੇ ਨੇ। ਔਰ ਫਿਰ 5 ਸਾਲ ਲਗਾਤਾਰ ਧਰਨੇ ਪ੍ਰਦਰਸ਼ਨਾਂ ਤੇ ਜ਼ੋਰ ਦਿੱਤਾ ਜਾਂਦਾ, ਆਪਣੀਆਂ ਮੰਗਾਂ ਮਨਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਪਰ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਸਰਕਾਰ ਜਿਹੜੀ ਆ ਮੰਗਾਂ ਨੂੰ ਦਰਕਿਨਾਰ ਵੀ ਕਰਦੀ ਆ, ਡਾਂਗਾ ਸੋਟੇ ਵੀ ਵਰਾਉਂਦੀ ਆ। ਇਸ ਪੂਰੇ ਜਿਹੜਾ ਵਰਤਾਰਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਸਿਆਸੀ ਭਵਿੱਖ ਕੀ ਹੋਣਾ ਚਾਹੀਦਾ ਹੈ ਕਿਸੇ ਸੂਬੇ ਦਾ ਜਾਂ ਦੇਸ਼ ਦਾ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ। ਸਰ, ਬਹੁਤ ਬਹੁਤ ਸਵਾਗਤ। ਜੀ, ਸ਼ੁਕਰੀਆ।
ਸਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਜਦੋਂ ਵੋਟਾਂ ਦੇ ਦਿਨ ਆਉਂਦੇ ਨੇ ਤਾਂ ਪਤਾ ਨਹੀਂ ਕਿਉਂ ਜੋ ਵੀ ਦੇਸ਼ ਅੰਦਰ ਜਾਂ ਸੂਬੇ ਦੇ ਅੰਦਰ ਵਾਪਰ ਰਿਹਾ ਹੁੰਦਾ ਹੈ, ਵੋਟਾਂ ਦੇ ਦਿਨ ਆਉਂਦਿਆਂ ਹੀ ਜਿਹੜੀ ਜਨਤਾ ਹੈ ਉਹ ਸਭ ਕੁਝ ਭੁੱਲ ਜਾਂਦੀ ਹੈ ਔਰ ਹੁਮਾ ਕੇ ਆਪਣਾ ਨੇਤਾ ਚੁਣਦੀ ਹੈ। ਔਰ ਪਤਾ ਵੀ ਹੁੰਦਾ ਹੈ ਕਿ ਪਹਿਲਾਂ ਕਿਸ ਤਰੀਕੇ ਨਾਲ ਸਰਕਾਰਾਂ ਵਿਵਹਾਰ ਕਰਦੀਆਂ ਰਹੀਆਂ ਨੇ, ਪਰ ਫਿਰ ਵੀ ਸੱਤਾ 'ਤੇ ਲਿਆਉਣ ਦੇ ਲਈ ਹੁਮਾ ਕੇ ਜਿਹੜਾ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਆਖਿਰਕਾਰ ਇੱਦਾਂ ਕਿਉਂ? ਅਸਲ ਦੇ ਵਿੱਚ ਇਹ ਹੈ ਕਿ ਹਰ ਬੰਦਾ ਜਿਹੜਾ ਕੋਈ ਦੇਸ਼ ਦਾ ਨਾਗਰਿਕ ਹੈ ਉਹ ਕਿਤੇ ਨਾ ਕਿਤੇ ਕੋਈ ਤਾਕਤ ਚਾਹੁੰਦਾ ਹੈ। ਸਾਡੇ ਡੈਮੋਕ੍ਰੇਸੀ ਦੇ ਵਿੱਚ ਉਹਨੂੰ 5 ਸਾਲ ਬਾਅਦ ਇੱਕ ਦਿਨ ਦੀ ਉਹ ਤਾਕਤ ਮਿਲਦੀ ਹੈ, ਉਹ ਤਾਕਤ ਹੈ ਵੋਟ ਦੀ। ਇਸ ਕਰਕੇ ਉਹਦਾ ਤਾਂ ਵਰਤੋਂ ਕਰਨਾ ਹੀ ਚਾਹੁੰਦਾ ਹੈ, ਬਲਕਿ ਉਹ ਲੋਕ ਵੋਟ ਦੀ ਵਰਤੋਂ ਨਹੀਂ ਕਰਦੇ ਜਿਨ੍ਹਾਂ ਕੋਲ ਬਹੁਤ ਵੱਡੇ ਪੱਧਰ ਤੇ ਪੈਸਾ ਹੈ, ਪਹਿਲਾਂ ਹੀ ਤਾਕਤ ਹੈ। ਉਹਨਾਂ ਨੂੰ ਪਤਾ ਹੈ ਕਿ ਸਿਸਟਮ ਦੇ ਵਿੱਚ ਕੰਮ ਤਾਂ ਸਾਡੇ ਹੀ ਹੋਣੇ ਨੇ। ਇਸ ਲਈ ਤੁਸੀਂ ਦੇਖ ਰਹੇ ਹੋ ਕਿ ਸ਼ਹਿਰਾਂ ਦੇ ਵਿੱਚ ਜਿਹੜੀ ਹਾਈ ਜੈਂਟਰੀ ਹੈ ਉੱਥੇ ਵੋਟ ਪਰਸੈਂਟ ਰਹਿ ਜਾਂਦੀ ਆ। ਚੰਡੀਗੜ੍ਹ ਦੇ ਵਿੱਚ ਜਿਹੜੇ ਇਧਰਲੇ ਸੈਕਟਰ ਨੇ ਉੱਥੇ ਰਹਿ ਜਾਂਦੀ ਹੈ 15 ਤੋਂ 20%, ਤੇ ਜਿਹੜਾ ਗਰੀਬ ਤਬਕਾ ਉੱਥੇ ਚਲੀ ਜਾਂਦੀ ਹੈ 90% 95%, ਕਿਉਂਕਿ ਦੂਜੇ ਨੂੰ ਪਤਾ ਮੇਰੇ ਕੋਲ ਹਮੇਸ਼ਾ ਪਾਵਰ ਹੈ, ਪੈਸੇ ਨਾਲ ਕੰਮ ਕਰਾ ਲੂੰਗਾ, ਸਿਫਾਰਸ਼ ਨਾਲ ਕਰਾ ਲੂੰਗਾ। ਗਰੀਬ ਆਦਮੀ ਕੋਲ ਕੋਈ ਪਾਵਰ ਨਹੀਂ ਹੈ। ਇੱਕ ਤਾਂ ਇਹ ਗੱਲ ਦੱਸਦੀ ਹੈ ਕਿ ਲੋਕਾਂ ਨੂੰ 5 ਸਾਲ ਬਾਅਦ ਇੱਕ ਦਿਨ ਦੀ ਪਾਵਰ ਨਹੀਂ ਚਾਹੀਦੀ। ਜੇਕਰ ਕੋਈ ਐਸਾ ਸਿਸਟਮ ਬਣੇ ਜਮਹੂਰੀਅਤ ਦਾ ਜਿੱਥੇ ਲੋਕਾਂ ਨੂੰ ਲਗਾਤਾਰ ਜਿਹੜੇ ਫੈਸਲਿਆਂ 'ਚ ਹਿੱਸੇਦਾਰ ਬਣਾਇਆ ਜਾਵੇ ਤਾਂ ਸਮਾਜ ਵੀ ਬਿਹਤਰ ਹੋ ਸਕਦਾ ਹੈ, ਲੋਕ ਵੀ ਉਹਦੇ ਬਾਰੇ ਲਗਾਤਾਰ ਸੋਚਣਗੇ, ਤਾਂ ਇਹ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਨੇ ਉਹ ਘਟ ਸਕਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਹੁਣ ਸਾਡੇ ਸਿਸਟਮ ਦੇ ਵਿੱਚ ਇਹ ਨਹੀਂ, ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਇਹ ਸਿਸਟਮ ਹੈ। ਤੇ ਜਿਵੇਂ ਕੈਂਡੀਡੇਟ ਕਿਵੇਂ ਚੁਣਨਾ ਹੈ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਜਿੰਨੇ ਵੀ ਬਾਕੀ ਕਈ ਪੱਛਮੀ ਹੋਰ ਮੁਲਕਾਂ ਦੇ ਵਿੱਚ ਵੀ ਉਹਨੂੰ ਪ੍ਰਾਇਮਰੀਜ਼ ਕਹਿੰਦੇ ਨੇ। ਪਹਿਲਾਂ ਉਹ ਕੀ ਕਰਦੇ ਨੇ ਕਿ ਪਾਰਟੀ ਦੇ ਮੈਂਬਰ ਆਪਣੀ ਪਾਰਟੀ ਦੇ ਅੰਦਰ ਵੋਟਾਂ ਪਵਾਉਂਦੇ ਨੇ ਕਿ ਕਿਹਨੇ ਮਤਲਬ ਚੁਣਿਆ ਜਾਣਾ ਹੈ। ਉੱਥੇ ਵੋਟਾਂ ਪੈ ਕੇ ਜਿਹੜਾ ਬੰਦਾ ਜਿੱਤ ਜਾਂਦਾ ਹਲਕੇ ਵਾਈਜ਼ ਉਹ ਉਹਨਾਂ ਦਾ ਉਮੀਦਵਾਰ ਬਣਦਾ। ਇਹਦਾ ਮਤਲਬ ਇਹ ਹੈ ਕਿ ਪਹਿਲੇ 2-3 ਮਹੀਨੇ ਇਹ ਪ੍ਰੋਸੈਸ ਚੱਲਦਾ, ਪਾਰਟੀ ਦੇ ਵਿੱਚੋਂ ਵੀ ਕੈਂਡੀਡੇਟ ਉਹੀ ਆਏਗਾ ਜਿਹਨੂੰ ਉਹਦੀ ਸਪੋਰਟ ਹੋਏਗੀ। ਸਾਡੇ ਕੀ ਹੈ, ਸਾਡੇ ਪਾਰਟੀ ਪ੍ਰਧਾਨ ਉੱਪਰੋਂ ਦਊਗਾ ਟਿਕਟ, ਬੀਜੇਪੀ ਦੀ ਮੋਦੀ ਦਊਗਾ, ਕਾਂਗਰਸ ਦੀ ਸੋਨੀਆ ਰਾਹੁਲ ਦੇਊਗਾ, ਇੱਥੇ ਜਿਹੜੇ ਰੀਜਨਲ ਪਾਰਟੀਆਂ ਨੇ ਉੱਥੇ ਸੁਖਬੀਰ ਬਾਦਲ ਦਊਗਾ, ਜਾਂ ਆਪ ਹੈ ਉੱਥੇ ਕੇਜਰੀਵਾਲ ਦਊਗਾ। ਉਹ ਸਾਰਾ ਸਾਡਾ ਸਿਸਟਮ ਇਹਦੋਂ ਉਲਟ ਹੈ। ਉਹ ਡੈਮੋਕ੍ਰੈਟਿਕ ਸਿਸਟਮ ਨਹੀਂ ਹੈ, ਉਹ ਗੈਰ ਜਮਹੂਰੀ ਸਿਸਟਮ ਹੈ। ਇੱਕ ਤਾਂ ਇਸ ਕਰਕੇ ਉਹ ਜੇ ਬੰਦੇ ਖੜੇ ਕਰਨ ਦਾ ਜਿਹੜਾ ਸਵਾਲ ਹੈ, ਜੇ ਉਹ ਇਹੋ ਜਿਹਾ ਕੋਈ ਪ੍ਰਬੰਧ ਹੋਵੇ ਜਿਵੇਂ ਬਾਕੀ ਮੁਲਕਾਂ ਦੇ ਵਿੱਚ ਹੈ ਤਾਂ ਫਾਇਦਾ ਹੋਏਗਾ। ਔਰ ਈਵਨ ਆਮ ਆਦਮੀ ਪਾਰਟੀ ਨੇ ਪਹਿਲਾਂ ਇਹ ਕੀਤਾ ਵੀ ਸੀ ਵੀ ਸਾਡੇ ਕੈਂਡੀਡੇਟ ਅਸੀਂ ਐਂ ਬਣਾਇਆ ਕਰਾਂਗੇ, ਲੋਕਾਂ 'ਚੋਂ ਬਣਾਵਾਂਗੇ, ਪਰ ਉੱਥੇ ਅਮਲ ਨਹੀਂ ਕੀਤਾ। ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡਾ ਚੋਣ ਮੈਨੀਫੈਸਟੋ ਹੈ ਉਹਦੀ ਕੋਈ ਵੁਕਤ ਨਹੀਂ ਹੈ, ਉਹਦੀ ਕੋਈ ਲੀਗਲ ਸੈਂਟਿਟੀ ਨਹੀਂ ਹੈ, ਨਾ ਉਹ ਕਾਨੂੰਨੀ ਦਸਤਾਵੇਜ਼ ਹੈ। ਹੁਣ ਚੋਣਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਹੁੰਦੇ ਨੇ, ਜਿਵੇਂ ਅਮਰਿੰਦਰ ਸਿੰਘ ਨੇ ਵੀ ਕੀਤੇ, ਮੋਦੀ ਨੇ ਵੀ ਕੀਤੇ। ਮੋਦੀ ਨੇ ਕੀਤਾ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ, ਅੱਛੇ ਦਿਨ ਲਿਆਵਾਂਗੇ, 15 ਲੱਖ ਰੁਪਏ ਬੋਝੇ 'ਚ ਆ ਜਾਣਗੇ, 2 ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰਿਆ ਕਰਾਂਗੇ। ਉਹ ਸਾਰੇ ਜਿਹੜੇ ਵਾਅਦੇ ਸੀ ਉਹ ਧਰਾਸ਼ਾਹੀ ਹੋ ਗਏ। ਅਮਰਿੰਦਰ ਸਿੰਘ ਨੇ ਕੀਤੇ ਬੇਅਦਬੀ ਕਾਂਡ ਦੇ ਦੋਸ਼ੀ ਫੜਾਂਗੇ, ਨਸ਼ਾ 4 ਹਫ਼ਤਿਆਂ ਦੇ ਵਿੱਚ ਲੱਖ ਤੋੜ ਦਾਂਗੇ, ਜਿੰਨਾ ਟੋਟਲ ਕਰਜ਼ਾ ਕਿਸਾਨ ਮਜ਼ਦੂਰ ਦਾ ਉਹ ਮਾਫ ਕਰ ਦਾਂਗੇ। ਕਿੰਨੇ ਵਾਅਦੇ ਉਸ ਲੈਵਲ ਤੇ ਕੀਤੇ, ਪਰ ਨਹੀਂ ਹੱਲ ਹੋਏ। ਨਾ ਹੱਲ ਹੋਣ ਦੇ ਬਾਵਜੂਦ ਕੀ ਕਰ ਸਕਦੇ ਨੇ ਲੋਕ? ਵੱਧ ਤੋਂ ਵੱਧ ਵੋਟਾਂ ਵੇਲੇ ਵੋਟਾਂ ਉਹਦੇ ਖਿਲਾਫ ਪਾ ਸਕਦੇ ਨੇ, ਪਰ ਲੋਕਾਂ ਦਾ ਕੰਮ ਤਾਂ ਨਹੀਂ ਨਾ ਹੋਇਆ। ਔਰ ਇਹਨੂੰ ਕਹਿੰਦੇ ਨੇ ਰਾਈਟ ਟੂ ਰੀਕਾਲ। ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਇਹ ਇੱਕ ਪ੍ਰਥਾ ਚੱਲਦੀ ਹੈ। ਇੱਕ ਤਾਂ ਚੋਣ ਮੈਨੀਫੈਸਟੋ ਜਿਹੜਾ ਇਹ ਹੋਵੇ ਕਿ ਉਹ ਕਾਨੂੰਨੀ ਦਸਤਾਵੇਜ਼ ਬਣੇ। ਜੇ ਕੋਈ ਪਾਰਟੀ ਜਾਂ ਕੋਈ ਵਿਅਕਤੀ ਜਿਹੜਾ ਵੀ ਇਹ ਕਹਿੰਦਾ ਕਿ ਮੈਂ ਤੁਹਾਡੇ ਨਾਲ ਆਹ ਕੰਮ ਕਰੂੰਗਾ, ਉਦੋਂ ਬਾਅਦ ਉਹਦੇ ਚੋਣ ਲੜਨ 'ਤੇ ਪਾਬੰਦੀ ਹੋਵੇ ਤੇ ਉਹਨੂੰ ਸਜ਼ਾ ਹੋ ਸਕਦੀ ਹੋਵੇ, ਤਾਂ ਕਿ ਝੂਠੇ ਵਾਅਦੇ ਨਾ ਹੋਣ। ਅਗਲੀ ਗੱਲ ਇਹ ਹੈ ਕਿ ਜੇ 5 ਸਾਲ ਤੱਕ ਉਹ ਠੀਕ ਕੰਮ ਨਹੀਂ ਕਰਦਾ, ਉਦੋਂ ਪਹਿਲਾਂ ਵੀ ਜਿਹੜੇ ਲੋਕ ਚੁਣ ਸਕਦੇ ਨੇ ਉਹਨਾਂ ਨੂੰ ਹਟਾਉਣ ਦਾ ਹੱਕ ਵੀ ਹੋਣਾ ਚਾਹੀਦਾ। ਜਿਵੇਂ ਇੱਕ ਹੱਦ ਤੱਕ ਤਾਂ ਇਹ ਹੈ ਅਧੂਰਾ ਹੈ, ਪਰ ਇਹ ਲੋਕਾਂ ਤੱਕ ਨਹੀਂ ਗਿਆ। ਮੰਨ ਲਓ ਪੰਜਾਬ ਦੀ ਵਿਧਾਨ ਸਭਾ 'ਚ 117 MLA ਨੇ। ਅੱਜ ਅਮਰਿੰਦਰ ਸਿੰਘ ਦਾ ਖੇਮਾ ਛੋਟਾ ਰਹਿ ਜੇ, ਬਹੁਤੇ ਬੰਦੇ ਉਹਦੇ ਵਿਰੋਧੀ ਬਣ ਜਾਣ, ਤਾਂ ਚੀਫ ਮਿਨਿਸਟਰ ਤੋਂ ਹਟਣਾ ਪਊਗਾ। ਕਾਨੂੰਨ ਹੈ ਕਿ ਤੈਨੂੰ ਭਰੋਸੇ ਦਾ ਵੋਟ ਲੈਣਾ ਪਊਗਾ ਅਸੈਂਬਲੀ 'ਚ। ਇਹੀ ਹਾਲ ਨੈਸ਼ਨਲ ਲੈਵਲ ਤੇ ਹੈ। ਪਰ ਜੇ ਉਹਨਾਂ ਨੂੰ MLA ਨੂੰ ਤੇ MP ਨੂੰ ਇਹ ਹੱਕ ਦਿੱਤਾ ਹੋਇਆ ਕਿ ਤੁਹਾਡਾ ਲੀਡਰ ਦੇ ਨਾਰਾਜ਼ ਹੋਣ ਤੋਂ ਬਾਅਦ ਉਹ ਨਹੀਂ ਰਹੂਗਾ, ਤਾਂ ਲੋਕਾਂ ਨੂੰ ਕਿਉਂ ਨਹੀਂ ਇਹ ਹੱਕ ਕਿ ਜਿਹੜਾ ਉਹਨਾਂ ਨੇ ਚੁਣਿਆ ਬਹੁ ਗਿਣਤੀ ਜਦੋਂ ਚਾਹੇ ਉਹਨੂੰ ਵਾਪਸ ਬੁਲਾ ਸਕੇ? ਇਹ ਸਾਰੇ ਨਾ ਚੋਣ ਸੁਧਾਰਾਂ ਦੇ ਮੁੱਦੇ ਨੇ। ਅਸਲ 'ਚ ਜੇ ਚੋਣ 'ਚ ਉਸ ਪੱਧਰ ਤੇ ਸੁਧਾਰ ਹੁੰਦੇ ਜਾਣ ਤੇ ਫਿਰ ਜਮਹੂਰੀਅਤ ਦੇ ਵਿੱਚ ਲੋਕਾਂ ਦੀ ਦਿਲਚਸਪੀ ਹੋਰ ਵੱਧ ਜਾਏਗੀ ਤੇ ਲੋਕਾਂ ਇਸ ਸਿਸਟਮ ਦੇ ਵਿੱਚ ਕਾਫੀ ਹੱਦ ਤੱਕ ਤਬਦੀਲੀ ਦੇਖਣ ਨੂੰ ਮਿਲੇਗੀ। ਲੀਡਰ ਜ਼ਿੰਮੇਵਾਰ ਬਣ ਜਾਣਗੇ, ਜਵਾਬਦੇਹ ਹੋਣਗੇ, ਪਾਰਦਰਸ਼ੀ ਤਰੀਕੇ ਨਾਲ ਕੰਮ ਹੋਣੇ ਸ਼ੁਰੂ ਹੋ ਜਾਣਗੇ।
ਸਾਡੇ ਸਮੱਸਿਆ ਹੈ, ਬਹੁਤ ਜ਼ਿਆਦਾ ਸਿਸਟਮ 'ਚ ਸਮੱਸਿਆ ਹੈ। ਤੁਸੀਂ ਚੋਣ ਪ੍ਰਕਿਰਿਆ ਦੇ ਵਿੱਚ ਸੁਧਾਰ ਦੀ ਗੱਲ ਕੀਤੀ ਹੈ, ਪਰ ਜਿਵੇਂ ਹੁਣ ਕਿਸਾਨੀ ਸੰਘਰਸ਼ ਸਿਖਰਾਂ ਦੇ ਉੱਤੇ, ਔਰ ਕਿਸਾਨੀ ਸੰਘਰਸ਼ ਦੇ ਦੌਰਾਨ ਅਸੀਂ ਇੱਕ ਚੀਜ਼ ਵੇਖੀ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਔਰ ਇਹੀ ਹਾਲ ਪੰਜਾਬ ਦੀ ਸੱਤਾ ਧਿਰ ਦਾ ਵੀ ਹੋ ਰਿਹਾ। ਬੀਤੇ ਦਿਨੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਹੋਇਆ, ਲਗਾਤਾਰ ਰਵਨੀਤ ਬਿੱਟੂ ਲਗਾਤਾਰ ਜਿਹੜੇ ਵਿਰੋਧ ਦੇ ਘੇਰੇ ਦੇ ਵਿੱਚ ਆ ਰਹੇ ਨੇ। ਕਿਤੇ ਨਾ ਕਿਤੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਭਵਿੱਖ ਹੈ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਰਾਹੀਂ ਬਦਲ ਸਕਦਾ ਹੈ, ਲੋਕਾਂ ਦਾ ਰੁਝਾਨ ਜਿਹੜਾ ਹੈ ਉਹ ਬਦਲ ਸਕਦਾ ਹੈ। ਨਹੀਂ, ਬਿਲਕੁਲ ਜਿਹੜਾ ਕਿਸਾਨ ਅੰਦੋਲਨ ਹੈ ਉਹਨਾਂ ਨੇ ਲੋਕਾਂ ਨੂੰ ਹਿੰਮਤ ਦਿੱਤੀ ਹੈ। ਦੋ ਗੱਲਾਂ ਕੀਤੀਆਂ ਨੇ, ਉਹਨਾਂ ਨੂੰ ਜਾਗਰੂਕ ਵੀ ਕੀਤਾ ਹੈ ਤੇ ਉਹਨਾਂ 'ਚ ਇੱਕ ਭਰੋਸਾ ਵੀ ਮਤਲਬ ਆਪਣੇ ਆਪ ਤੇ ਭਰੋਸਾ ਪੈਦਾ ਕੀਤਾ ਹੈ। ਭਰੋਸਾ ਪੈਦਾ ਕਿੱਥੇ ਹੋਇਆ? ਇਕੱਠ 'ਚੋਂ ਹੋਇਆ, ਕਿਉਂਕਿ ਇਕੱਲਾ ਕਹਿ ਰਿਹਾ ਬੰਦਾ ਇਹਨਾਂ ਤੋਂ ਸਵਾਲ ਪੁੱਛਦਾ ਸੀ, ਜਾਂ ਉੱਤੇ ਕੋਈ ਝੂਠਾ ਪਰਚਾ ਦਰਜ ਕਰਾ ਦਿਓ ਜਾਂ ਉਹਦੇ ਕੋਈ ਹੋਰ ਨੁਕਸਾਨ ਕਰ ਦਿਓ, ਬੜਾ ਕੁਛ ਸੀ। ਹੁਣ ਅੰਦੋਲਨ ਦਾ ਇੱਕ ਦਬਦਬਾ ਹੈ, ਉਹ ਦਬਦਬੇ ਦੇ ਉਮੀਦ ਤੇ ਤੁਸੀਂ ਦੇਖਿਆ ਹੋਣਾ ਸਾਧੂ ਸਿੰਘ ਨੂੰ ਸਹੌਲੀ ਪਿੰਡ ਦੀ ਬੀਬੀ ਫੋਨ ਕਰਦੀ ਹੈ ਕਿ ਭਾਈ ਪਹਿਲਾਂ ਤਾਂ ਤੂੰ ਬਿਨਾਂ ਬਾਡੀਗਾਰਡਾਂ ਤੋਂ ਆਉਂਦਾ ਸੀ ਜਦੋਂ ਵੋਟ, ਹੁਣ ਸਾਡੇ ਤੋਂ ਕੀ ਖਤਰਾ ਹੋ ਗਿਆ। ਇਹ ਉਹਦੀ ਜਾਗਰੂਕਤਾ ਵੀ ਦੱਸਦਾ ਕਿ ਉਹਨੂੰ ਇਹ ਪੁੱਛਣਾ ਚਾਹੀਦਾ ਸਵਾਲ। ਤੇ ਦੂਜਾ, ਉਹਦੇ 'ਚ ਇੱਕ ਕੌਨਫੀਡੈਂਸ ਪੈਦਾ ਹੋਇਆ, ਅੰਦੋਲਨ ਨੇ ਪੈਦਾ ਕੀਤਾ ਕਿ ਮੈਂ ਖੜ ਕੇ ਉਹਦੀ ਅੱਖ ਚੱਕ ਪਾ ਕੇ ਗੱਲ ਕਰ ਸਕਦੀ ਹਾਂ। ਇਹ ਅੰਦੋਲਨ ਦੀ ਪ੍ਰਾਪਤੀ ਹੈ, ਔਰ ਇਸੇ ਲਈ ਜਿਹੜੇ ਅੰਦੋਲਨ ਹੁੰਦੇ ਨੇ, ਅੰਦੋਲਨਾਂ ਦੀ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਹੁੰਦੀ ਹੈ। ਅੰਦੋਲਨ ਵਿਆਪਕ ਤੌਰ ਤੇ ਲੋਕਾਂ ਨੂੰ ਚੇਤਨ ਕਰਦੇ ਨੇ, ਇਕੱਲੇ ਇੱਕ ਬੰਦੇ ਦੀ ਬਜਾਏ ਸਮੁੱਚਤਾ 'ਚ। ਜਿਵੇਂ ਨਾਰਮਲੀ ਹੁੰਦਾ ਨਾ, ਆਪਾਂ ਘਰ ਦੇ ਵਿੱਚ ਝਾੜੂ ਨਾਲ ਇੱਕ ਦੋ ਕਮਰੇ ਸਾਫ਼ ਕਰਦੇ ਥੱਕ ਜਾਂਦੇ ਆ, ਪਰ ਜਦ ਵੱਡਾ ਹਨੇਰੀ ਆਉਂਦੀ ਹੈ ਤੇ ਉਹ ਬਹੁਤ ਕੁਝ ਸਾਫ਼ ਕਰ ਜਾਂਦੀ ਹੈ, ਜਿਹੜੀਆਂ ਚੱਕ ਕੇ ਸਮੁੱਚਤਾ ਦੇ ਵਿੱਚ ਸਾਫ਼ ਹੋ ਜਾਂਦੇ ਨੇ। ਅੰਦੋਲਨ ਉਹੋ ਜਿਹਾ ਕੰਮ ਕਰਦਾ ਹੈ। ਅੰਦੋਲਨ ਜਿਹੜਾ ਘਰ 'ਚ ਵੀ ਦੂਰ ਬੈਠਾ ਉਹਨੂੰ ਵੀ ਜਾਗ ਲਾ ਦਿੰਦਾ ਤੇ ਉਹਨੂੰ ਵੀ ਜਾਗਰੂਕਤਾ ਉਹਦੇ 'ਚ ਵੀ ਫੈਲਾ ਦਿੰਦਾ। ਇਹ ਅੰਦੋਲਨ ਦਾ ਕੰਮ ਹੈ। ਪਰ ਜਿਹੜੀ ਗੱਲ ਹੈਗੀ ਹੈ ਹੁਣ ਇਦੋਂ ਬਾਅਦ ਸਿਆਸੀ ਸੱਤਾ ਪਲਟਣ ਦੀ, ਇਹ ਜ਼ਰੂਰੀ ਨਹੀਂ। ਅੰਦੋਲਨ ਦੀਆਂ ਇੱਕ ਜਿਹੜੀਆਂ ਸੀਮਾ ਹੁੰਦੀ ਹੈ, ਉਹਦੀ ਇੱਕ ਹੱਦ ਹੁੰਦੀ ਹੈ। ਇਹ ਅੰਦੋਲਨ 3 ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਤੇ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਹੈ ਫਸਲਾਂ ਦਾ, ਉਹਦੇ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਹੈ। ਕਿਉਂਕਿ ਅੰਦੋਲਨ 'ਚ ਵੱਖ-ਵੱਖ ਧਿਰਾਂ ਨੇ, ਨੈਸ਼ਨਲ ਲੈਵਲ ਤੇ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ, ਅਲੱਗ-ਅਲੱਗ ਗਰੁੱਪ ਨੇ, ਪੰਜਾਬ 'ਚ ਵੀ 32 ਕਿਸਾਨ ਜਥੇਬੰਦੀਆਂ ਨੇ। ਉਹਨਾਂ ਦੀ ਇੱਕ ਰਾਏ ਨਹੀਂ ਹੈ, ਕੁਝ ਚੋਣਾਂ ਲੜਨਾ ਚਾਹੁੰਦੇ ਨੇ, ਕੁਝ ਚੋਣਾਂ ਨਹੀਂ ਵੀ ਲੜਦੇ ਆ ਨਾ, ਅਲੱਗ-ਅਲੱਗ ਟਾਈਪ ਦੀ ਹੈ। ਇਹ ਸਵਾਲ ਜ਼ਰੂਰ ਹੈ ਅੰਦੋਲਨ ਦੇ ਸਾਹਮਣੇ ਕਿ 22 ਦੀ ਇਲੈਕਸ਼ਨ ਦੇ ਵਿੱਚ ਉਹ ਕੀ ਕਰਨਾ। ਇੱਕ ਗੱਲ ਕਲੀਅਰ ਹੈ ਕਿ ਉਸ ਅੰਦੋਲਨ ਦੇ ਅਸਰ ਤੋਂ ਬਿਨਾਂ 22 ਦੀ ਚੋਣ ਨਹੀਂ ਰਹੇਗੀ। ਉਹਦਾ ਅਸਰ ਤਾਂ ਹੋਊਗਾ, ਪਰ ਕੀ ਅੰਦੋਲਨ 'ਚ ਆਪ ਸਹਿਮਤੀ ਹੋ ਕੇ ਉਹਦੀ ਸਪੋਰਟ ਨਾਲ ਕੋਈ ਕੈਂਡੀਡੇਟ ਆ ਜਾਂਦੇ ਨੇ, ਜਾਂ ਜੇ ਅੰਦੋਲਨ ਕੈਂਡੀਡੇਟ ਵੀ ਨਹੀਂ ਦਿੰਦਾ, ਅੰਦੋਲਨ ਕਹਿੰਦਾ ਵੀ ਅਸੀਂ ਤਾਂ ਉਸ ਤਰੀਕੇ ਨਾਲ ਲੜਨਾ ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦੇ, ਤਾਂ ਵੀ ਹੁਣ ਜਿਹੜੇ ਲੀਡਰ ਜਾਣਗੇ ਇਹ ਉਵੇਂ ਨਹੀਂ ਜਾਣਗੇ ਅੱਗੇ ਵਾਂਗ। ਇਹਨਾਂ ਤੋਂ ਸਵਾਲ ਪੁੱਛੇ ਜਾਣਗੇ, ਲੋਕ ਘੇਰ ਕੇ ਪੁੱਛਿਆ ਕਰਨਗੇ ਵੀ ਹੁਣ ਨਵੇਂ ਸਿਰਿਓਂ ਆਇਆ, ਦੱਸ ਕੀ ਕਰੇਗਾ। ਇਸ ਲਈ ਉਹ ਉਨੀ ਸੌਖੀ ਇਲੈਕਸ਼ਨ ਨਹੀਂ ਹੈ ਹੁਣ ਵੱਖ-ਵੱਖ ਪਾਰਟੀਆਂ ਵਾਸਤੇ ਜਿੰਨੀ ਸੌਖੀ ਇਲੈਕਸ਼ਨ ਪਹਿਲਾਂ ਰਹਿ ਗਈ ਸੀ, ਪਹਿਲਾਂ ਹੋ ਗਈ ਸੀ। ਇਹਦੇ ਤੋਂ ਵੀ ਇਲਾਵਾ ਦੋ ਗੱਲਾਂ ਨੇ ਵੀ ਜੇ ਤਾਂ 6 ਮਹੀਨੇ ਪਏ ਨੇ ਅਜੇ ਚੋਣਾਂ ਦੇ ਵਿੱਚ, ਜੇ ਤਾਂ ਕੋਈ ਸਹਿਮਤੀ ਹੋ ਜਾਂਦੀ ਹੈ ਗਵਰਨਮੈਂਟ ਆਫ ਇੰਡੀਆ ਨਾਲ, ਅੰਦੋਲਨ ਸਫਲ ਹੋ ਜਾਂਦਾ, ਫਿਰ ਅਲੱਗ ਤਰ੍ਹਾਂ ਦਾ ਪ੍ਰਭਾਵ ਪਏਗਾ। ਤਾਂ ਫਿਰ ਬਹੁਤ ਚਾਂਸ ਨੇ ਕਿ ਕਿਸਾਨ ਅੰਦੋਲਨ 'ਚੋਂ ਹੀ ਕਾਫੀ ਨੁਮਾਇੰਦੇ ਪਾਰਟੀ ਹਿੱਸਾ ਲੈ ਲੈਣ ਚੋਣਾਂ ਦੇ ਵਿੱਚ ਸਿੱਧੇ ਤੌਰ ਤੇ। ਜੇ ਅੰਦੋਲਨ ਅਜੇ ਲੰਮਾ ਚੱਲਦਾ ਹੈ, 22 ਤੱਕ ਇਹਦਾ ਕੋਈ ਨਹੀਂ ਫੈਸਲਾ ਹੁੰਦਾ, ਤਾਂ ਸ਼ਾਇਦ ਹੋਰ ਤਰ੍ਹਾਂ ਦਾ ਇੱਕ ਅਸਰ ਪਏਗਾ, ਤਾਂ ਸ਼ਾਇਦ ਇੰਨਾ ਔਖਾ ਹੋ ਜਾਊਗਾ ਜਦ ਤੱਕ, ਕਿਉਂਕਿ ਉਹਨਾਂ ਦਾ ਮੇਨ ਕੰਮ ਹੈ ਅੰਦੋਲਨ ਨੂੰ ਇਕੱਠਾ ਰੱਖਣਾ। ਅੱਜ ਸਭ ਤੋਂ ਬੜੀ ਚੀਜ਼ ਹੈ ਕਿ ਅੰਦੋਲਨ ਇਕੱਠਾ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹਾਂ, ਅੰਦੋਲਨ ਨੇ ਇੱਕ ਫੈਸਲਾ ਕੀਤਾ ਕਿ ਬੀਜੇਪੀ ਦਾ ਨੁਕਸਾਨ ਹੋਣਾ ਹੈ। ਉੱਤਰਾਖੰਡ ਦੇ ਵਿੱਚ, ਯੂਪੀ ਦੇ ਵਿੱਚ, ਮਨੀਪੁਰ ਤੇ ਗੋਆ, 4 ਉਹ ਸਟੇਟਾਂ ਨੇ ਜਿੱਥੇ ਬੀਜੇਪੀ ਸੱਤਾ 'ਚ ਹੈ। ਉਹਨਾਂ ਨੇ ਪਹਿਲਾਂ ਹੀ ਕਹਿ ਰੱਖਿਆ ਕਿ ਉਹਦੇ ਖਿਲਾਫ ਤਾਂ ਅਸੀਂ ਮੁਹਿੰਮ ਚਲਾਵਾਂਗੇ। ਪੰਜਾਬ ਦੀ ਹਾਲਤ ਥੋੜੀ ਜਿਹੀ ਨਾਜ਼ੁਕ ਅਲੱਗ ਤਰ੍ਹਾਂ ਦੀ। ਇੱਥੇ ਬੀਜੇਪੀ ਬਹੁਤ ਛੋਟੀ ਪਾਰਟੀ ਹੈ, 23 ਤੋਂ ਵੱਧ ਉਹਨੇ ਕਦੇ ਸੀਟਾਂ ਨਹੀਂ ਲੜੀਆਂ 117 ਚੋਂ। ਇੱਥੇ ਸੱਤਾ ਦੀਆਂ ਦਾਅਵੇਦਾਰ ਦੂਜੀਆਂ 3 ਪਾਰਟੀਆਂ ਨੇ। ਹੁਣ ਇਹਦੇ 'ਚੋਂ ਕੀ ਕਰਨਾ? ਇਹ ਤਿੰਨਾਂ ਨਾਲ ਵੀ ਨਹੀਂ ਜਾ ਸਕਦੇ। ਜੇ ਅਲਟਰਨੇਟਿਵ ਕਹਿੰਦੇ ਨੇ ਤਾਂ ਅਲਟਰਨੇਟਿਵ ਪਾਰਟੀ ਚਾਹੀਦੀ ਹੈ, ਬਦਲਵੀਂ ਪਾਰਟੀ ਚਾਹੀਦੀ ਹੈ। ਇਹ ਅਜੇ ਮੁੱਦੇ ਮੇਰੇ ਖਿਆਲ ਉਹਨਾਂ ਦੇ ਵੀ ਵਿਚਾਰਾਂ ਅਧੀਨ ਹੈ ਤੇ ਬਾਕੀ ਲੋਕ ਵੀ ਉਮੀਦ ਕਰਦੇ ਨੇ ਕਿ ਕੋਈ ਵਿਚਾਰ ਹੋਵੇ। ਅੱਜ ਦੀ ਗੱਲ ਨਹੀਂ, ਇਹ ਸ਼ਾਇਦ 2-3 ਮਹੀਨੇ ਬਾਅਦ ਇਹਦਾ ਕੋਈ ਨਾ ਕੋਈ ਸੋਲੂਸ਼ਨ, ਕੋਈ ਨਾ ਕੋਈ ਸਹਿਮਤੀ ਨਜ਼ਰ ਆਏਗੀ। 5 ਸੂਬਿਆਂ ਦੇ ਚੋਣਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਔਰ ਕਿਹਾ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਹੈ ਵੱਡੇ ਪੱਧਰ ਤੇ ਬੀਜੇਪੀ ਦੀ ਸ਼ਾਖ ਨੂੰ ਜਿਹੜਾ ਹੈ ਕਮਜ਼ੋਰ ਕਰੇਗਾ। ਬੀਜੇਪੀ ਨੂੰ ਇਸ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਏਗਾ ਇਹਨਾਂ 5 ਸਟੇਟਾਂ ਦੇ ਵਿੱਚ। ਤੇ
ਜੇ ਦੇਸ਼ ਪੱਧਰ ਤੇ ਗੱਲ ਕਰੀਏ 2014 ਤੋਂ ਬਾਅਦ ਜਦੋਂ 2019 ਆਇਆ, ਹਾਲਾਂਕਿ ਬੀਜੇਪੀ ਸ਼ਾਸਨ ਤੋਂ ਬਹੁਤ ਜਿਹੜੀ ਜਨਤਾ ਸੀ ਪਰੇਸ਼ਾਨ ਸੀ, ਪਰ ਉਹਨਾਂ ਦੇ ਕੋਲ ਇੱਕ ਬਦਲ ਨਹੀਂ ਸੀ। ਰਾਹੁਲ ਗਾਂਧੀ ਨੂੰ ਇੱਕ ਚੰਗਾ ਨੇਤਾ ਨਹੀਂ ਮੰਨਿਆ ਜਾਂਦਾ ਜਾਂ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜਾਂਦਾ। ਇਸ ਕਰਕੇ ਬਦਲ ਨਾ ਹੋਣ ਕਰਕੇ ਦੁਬਾਰਾ ਜਿਹੜੀ ਵੋਟ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਭੁਗਤੀ। ਇਸ ਵਾਰ ਕੀ ਲੱਗਦਾ ਹੈ ਕਿ ਬਦਲ ਨਾ ਹੋਣ ਕਰਕੇ ਦੁਬਾਰਾ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਦੇਸ਼ ਦੇ ਲਈ, ਬੇਸ਼ੱਕ ਕਿਸਾਨੀ ਅੰਦੋਲਨ ਦਾ ਪ੍ਰਭਾਵ 5 ਸੂਬਿਆਂ ਤੱਕ ਸੀਮਿਤ ਹੋ ਸਕਦਾ ਹੈ, ਪਰ ਦੇਸ਼ ਬਹੁਤ ਵੱਡਾ ਹੈ, ਭਾਰਤ ਬਹੁਤ ਵੱਡਾ ਹੈ, ਉੱਥੇ ਕਿਵੇਂ ਵੇਖਦੇ ਹੋ ਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ਾਖ ਕਿਸ ਤਰ੍ਹਾਂ ਰਹੇਗੀ? ਕੇਂਦਰ ਦੀਆਂ ਅਜੇ ਵੋਟਾਂ 2024 ਚ ਨੇ, 3 ਸਾਲ ਪਏ ਨੇ। ਜਿਵੇਂ ਜਿਵੇਂ ਹੇਠੋਂ ਪੌੜੀ ਖਿਸਕਦੀ ਹੈ, ਸੱਤਾ ਖਿਸਕਦੀ ਹੈ। ਬੀਜੇਪੀ ਕਿਉਂ ਕੇਂਦਰ 'ਚ ਸੱਤਾ 'ਚ ਹੈ? ਕਿਉਂਕਿ ਯੂਪੀ ਦੇ ਵਿੱਚ ਵੀ ਉਹ ਸੱਤਾ ਦੇ ਵਿੱਚ ਹੈ। ਯੂਪੀ ਜਿੱਥੋਂ 80 MP ਜਾਂਦੇ ਨੇ, ਹੈ ਨਾ, ਇਸ ਕਰਕੇ ਹੈ। ਤੇ ਬਾਕੀ ਉੱਤਰਾਖੰਡ, ਬਾਕੀ ਜੇ ਹੇਠੋਂ ਸੱਤਾ ਖਿਸਕੂਗੀ, ਹੇਠਾਂ ਅਲਟਰਨੇਟਿਵ ਵੀ ਹੈਗੇ ਨੇ, ਮਤਲਬ ਸੂਬਾਈ ਲੈਵਲ ਦੀਆਂ ਪਾਰਟੀਆਂ 'ਚ ਅਲਟਰਨੇਟਿਵ ਵੀ ਹੈਗੇ ਨੇ। ਜਦੋਂ ਹੁਣ ਉਹ ਜਿਵੇਂ ਕਹਿੰਦੇ ਨਾ, ਹੌਸਲਾ ਹਾਰ ਜਾਂਦੇ ਨੇ ਲੋਕ, ਹੌਸਲਾ ਡਿੱਗ ਜਾਂਦਾ ਹੈ ਵੀ ਨਹੀਂ ਕੋਈ ਬਦਲ ਨਹੀਂ। ਬਹੁਤ ਲੰਮਾ ਸਮਾਂ ਕਾਂਗਰਸ ਦਾ ਵੀ ਰਿਹਾ, ਲਗਭਗ 40 ਸਾਲ ਤਾਂ ਕਾਂਗਰਸ ਨੂੰ ਕੋਈ ਚੈਲੰਜ ਨਹੀਂ ਸੀ। ਉਹਨੂੰ ਕਿਹਾ ਜਾਂਦਾ ਸੀ ਟੀਨਾ ਫੈਕਟਰ, ਦੇਅਰ ਇਜ਼ ਨੋ ਅਲਟਰਨੇਟਿਵ, ਕਿ ਇਸੇ ਨੂੰ ਚੁਣਨਾ ਹੈ। ਪਰ ਉਹ ਟੀਨਾ ਫੈਕਟਰ ਕਦੋਂ ਹੋਇਆ? ਪਹਿਲਾਂ 59 ਚ ਸੂਬਿਆਂ 'ਚ ਸਰਕਾਰਾਂ ਬਦਲਣੀਆਂ ਸ਼ੁਰੂ ਹੋਈਆਂ ਵੱਖ-ਵੱਖ ਥਾਵਾਂ ਤੇ। ਸੂਬਿਆਂ ਦੀਆਂ ਸਰਕਾਰਾਂ ਬਦਲਣ ਤੋਂ ਬਾਅਦ ਫਿਰ ਜਦੋਂ ਐਮਰਜੈਂਸੀ ਆਉਂਦੀ ਹੈ, ਐਮਰਜੈਂਸੀ ਦੇ ਖਿਲਾਫ ਇੱਕ ਬੜੀ ਵੱਡੀ ਜਦੋਜਹਿਦ ਹੁੰਦੀ ਹੈ, ਤਾਂ 77 ਚ ਇੱਕ ਨਵੀਂ ਬਣੀ ਪਾਰਟੀ, ਸਾਰੀਆਂ ਪਾਰਟੀਆਂ ਲੰਮੀਆਂ ਉਸ ਲੈਵਲ ਤੇ ਹੋ ਗਈਆਂ। ਉਹ ਨਵੀਂ ਪਾਰਟੀ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਆਉਂਦੀ ਹੈ ਤੇ ਕਾਂਗਰਸ ਦਾ ਜਿਹੜਾ ਟੀਨਾ ਫੈਕਟਰ ਹੈ ਉਹ ਰੱਦ ਕਰ ਦਿੰਦੀ ਹੈ। ਇਸੇ ਤਰ੍ਹਾਂ ਇਹ ਅੰਦੋਲਨ ਜਿਹੜਾ ਹੈ, ਜਦੋਂ ਸੂਬਿਆਂ 'ਚ ਅਸਰ ਪਾਉਂਦਾ ਨੈਸ਼ਨਲ ਅਸਰ ਪਏਗਾ, ਤਾਂ ਉਹਦੇ 'ਚੋਂ ਬਹੁਤ ਲੋਕਾਂ ਦਾ ਕੋਈ ਕੰਬੀਨੇਸ਼ਨ ਨਿਕਲ ਸਕਦਾ ਹੈ। ਉਸ ਪੱਧਰ ਦਾ ਕੋਈ ਬੜੀ ਗੱਲ ਨਹੀਂ ਹੈ। ਔਰ ਇੱਥੇ ਯੂਨਾਈਟਿਡ ਫਰੰਟ ਦੀ ਗਵਰਨਮੈਂਟ ਵੀ ਰਹਿ ਕੇ ਚਲੀ ਗਈ ਹੈ, ਜਿੱਥੇ ਰੀਜਨਲ ਪਾਰਟੀਆਂ ਦਾ ਬਹੁਤ ਵੱਡਾ ਦਬਦਬਾ ਸੀ। ਅੱਜ ਵੀ ਮੁਲਕ ਦੇ ਕਿੰਨੇ 12-13 ਸੂਬਿਆਂ ਦੇ ਵਿੱਚ, ਕਈ ਤਾਂ ਵੱਡੇ ਸੂਬਿਆਂ ਦੇ ਵਿੱਚ ਖੇਤਰੀ ਪਾਰਟੀਆਂ ਨੇ। ਤਾਮਿਲਨਾਡੂ ਕਿੱਡਾ ਵੱਡਾ ਖੇਤਰੀ ਪਾਰਟੀਆਂ ਨੇ, ਬੰਗਾਲ ਹੈ ਉੱਥੇ ਖੇਤਰੀ ਪਾਰਟੀ ਹੈ, ਕੱਲ੍ਹ ਨੂੰ ਯੂਪੀ ਹੈ ਉੱਥੇ ਖੇਤਰੀ ਪਾਰਟੀ ਉਸੇ ਤਰ੍ਹਾਂ ਆ ਜਾਂਦੀ ਹੈ। ਈਵਨ ਆਂਧਰਾ ਪ੍ਰਦੇਸ਼ 'ਚ ਖੇਤਰੀ ਪਾਰਟੀ ਹੈ, ਤੇਲੰਗਾਨਾ 'ਚ ਖੇਤਰੀ ਪਾਰਟੀ ਹੈ। ਹੇਠੋਂ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸਿਸਟਮ ਹੈ, ਨੈਟਵਰਕ। ਤੇ ਹੁਣ ਵੀ ਗੱਲ ਚੱਲ ਰਹੀ ਹੈ ਵੈਸੇ ਤਾਂ ਇਹ, ਕਿ ਕੋਈ ਨੈਸ਼ਨਲ ਲੈਵਲ ਦੀ ਕੋਈ ਅਲਾਇੰਸ ਬਣਨਾ ਚਾਹੀਦਾ, ਜਿਹੜਾ ਅਲਾਇੰਸ ਉਸ ਲੈਵਲ ਦੇ ਉੱਤੇ ਮੋਦੀ ਸਰਕਾਰ ਨੂੰ ਟੱਕਰ ਦੇ ਸਕੇ। ਉਹਦੀਆਂ ਗੱਲਾਂ ਚੱਲਦੀਆਂ ਨੇ। ਜਦੋਂ ਇੱਥੇ ਉਹ ਦੂਜੀ ਗੱਲ ਨੂੰ ਉਤਸ਼ਾਹਿਤ ਕਰ ਦੇਗਾ ਜਿਹੜੇ ਬੰਦੇ ਜਿੱਤਣਗੇ, ਤੇ ਜਿਹੜੀ ਚੀਜ਼ ਇਹ ਹੁਣ ਤੱਕ ਤਾਂ ਇਹ ਬਣਾਤਾ ਸੀ ਨਾ ਕਿ ਮੋਦੀ ਹਾਰ ਹੀ ਨਹੀਂ ਸਕਦਾ, ਜਿੱਥੇ ਵੀ ਜਾਂਦੇ ਨੇ ਜਿੱਤ ਹੀ ਸਕਦਾ ਜੇ ਮੁਮਕਿਨ ਹੈ। ਤੇ ਹੁਣ ਇਹ ਚੈਲੰਜ ਹੋ ਗਿਆ ਬੰਗਾਲ ਤੋਂ ਬਾਅਦ, ਤੇ ਬਾਕੀ ਸੂਬਿਆਂ ਤੱਕ ਨਹੀਂ, ਉਹਨੂੰ ਜਦ ਮਰਜ਼ੀ ਹਰਾਇਆ ਜਾ ਸਕਦਾ। ਕੱਲ੍ਹ ਨੂੰ ਯੂਪੀ ਵੀ ਹਰਾਤੀ ਤਾਂ ਉਧਰਲੇ ਮੋਹਰੇ ਜਿਹੜੇ ਨੇ ਉਹ ਕਮਜ਼ੋਰ ਹੋਣਗੇ ਤੇ ਇੱਧਰਲੇ ਹੋਣਗੇ। ਉਮੀਦ ਹੈ 24 ਆਉਂਦੇ ਤਾਂ ਸ਼ਾਇਦ 24 ਤੋਂ ਪਹਿਲਾਂ ਵੀ, ਜੇ ਅੰਦੋਲਨ ਇਹ ਉਦੋਂ 22 ਤੱਕ ਨਹੀਂ ਸਿਮਟਦਾ, ਤਾਂ ਇਹ ਅੰਦੋਲਨ ਓਡਾ ਵੱਡਾ ਰੂਪ ਲੈ ਸਕਦਾ ਕਿ 24 ਤੋਂ ਪਹਿਲਾਂ ਵੀ ਅਸਤੀਫਾ ਦੇਣਾ ਪਵੇ ਮੋਦੀ ਨੂੰ। ਕੋਈ ਜ਼ਰੂਰੀ ਨਹੀਂ 24 ਦੇਖਣੀ ਹੈ। ਔਰ ਤੁਹਾਡੇ ਸਾਹਮਣੇ ਹੈ ਕਿ ਸਤੰਬਰ 1973 ਦੇ ਵਿੱਚ, ਦਸੰਬਰ ਦੇ ਵਿੱਚ ਵਿਦਿਆਰਥੀਆਂ ਦਾ ਅੰਦੋਲਨ ਫੀਸਾਂ ਨੂੰ ਲੈ ਕੇ ਹੋਇਆ, ਔਰ ਉਸੇ 73 ਦੇ ਵਿੱਚੋਂ 74 ਦੇ ਵਿੱਚ ਆਉਂਦੇ ਗਵਰਨਮੈਂਟ, ਰਾਸ਼ਟਰਪਤੀ ਰਾਜ ਲਾਉਣਾ ਪਿਆ। ਗਵਰਨਮੈਂਟ ਉਦੋਂ ਦੀ ਕਾਂਗਰਸ ਦੀ ਹਟੀ। ਬਿਹਾਰ ਦਾ ਉਹੀ ਅੰਦੋਲਨ ਜਿਹਦੇ ਨਾਲ ਉਦੋਂ ਬਾਅਦ ਇੰਦਰਾ ਗਾਂਧੀ ਨੇ ਮਤਲਬ ਐਮਰਜੈਂਸੀ ਲਾਈ। ਇਹ 2 ਸੂਬਿਆਂ ਦਾ ਵੱਡਾ ਅੰਦੋਲਨ ਸੀ ਜਿਹਨੇ ਉਹਦੀਆਂ ਸਰਕਾਰਾਂ ਨੂੰ ਖਾਧਾ। ਤੇ ਹੁਣ ਵੀ ਇਹ ਜੇ ਐਡੇ, ਹੁਣ ਤਾਂ ਇਹ ਅੰਦੋਲਨ ਤਾਂ ਕਈ ਸੂਬਿਆਂ ਦੇ ਵਿੱਚ ਫੈਲ ਰਿਹਾ। ਤੇ ਅੰਦੋਲਨ ਦੀ ਇਹ ਤਾਕਤ ਹੁੰਦੀ ਹੈ, ਹਵਾ ਉਡਾ ਕੇ ਲੈ ਜਾਂਦੀ ਹੈ। ਲੰਮਾ ਸਮਾਂ ਨਹੀਂ ਚੱਲਦਾ ਉਹ ਕੰਮ। ਦੇਖਣ ਨੂੰ ਕਈ ਚੀਜ਼ਾਂ ਮਜ਼ਬੂਤ ਲੱਗਦੀਆਂ ਹੁੰਦੀਆਂ ਨੇ, ਪਰ ਹੌਲੀ ਹੌਲੀ ਉਹ 'ਚ ਜਿਹੜੀ ਕਮਜ਼ੋਰੀ, ਜਿਵੇਂ ਸਿਉਂਕ ਲੱਗਦੀ ਹੈ, ਉਹ ਸਿਉਂਕ ਲੱਗਦੀ ਜਾਂਦੀ ਹੈ। ਕਿਉਂਕਿ ਲੋਕਾਂ ਨੂੰ ਨਤੀਜੇ ਤੋਂ ਬਾਅਦ ਸਮਝ ਆਉਂਦਾ, ਉਹ ਪ੍ਰਕਿਰਿਆ ਨਹੀਂ ਦੇਖਦੇ। ਪ੍ਰਕਿਰਿਆ ਉਸ ਲੈਵਲ ਦੀ ਚੱਲ ਚੁੱਕੀ ਹੈ। ਬੀਜੇਪੀ ਦੇ ਅੰਦਰ ਵੀ ਕਾਫੀ ਜ਼ਿਆਦਾ ਲੋਕ ਹੋਰ ਰਹੇ ਨੇ ਕਿ ਨਹੀਂ, ਐ ਨਹੀਂ ਕਰਨਾ ਚਾਹੀਦਾ। ਤੇ ਬਾਹਰਲੇ ਪ੍ਰੈਸ਼ਰ ਵੀ ਨੇ, ਦੁਨੀਆ ਦਾ ਪ੍ਰੈਸ਼ਰ ਵੀ ਹੈ, ਦੁਨੀਆ ਵੀ ਹੋਰ ਤਰ੍ਹਾਂ ਦੇਖ ਰਹੀ ਹੈ। ਮਤਲਬ ਮਾਹੌਲ ਚਾਰੇ ਪਾਸੇ ਇਸ ਲੈਵਲ ਦਾ ਵੀ ਜਿਵੇਂ ਹੁਣ ਚੱਲ ਰਹੀ ਹੈ ਬੀਜੇਪੀ, ਉਵੇਂ ਤਾਂ ਨਹੀਂ 24 ਤੱਕ ਚੱਲ ਸਕੇਗੀ। ਉਹਨੂੰ ਜਾਂ ਤਾਂ ਬਦਲਣਾ ਪਏਗਾ, ਨਹੀਂ ਤਾਂ ਕੋਈ ਅਲਟਰਨੇਟਿਵ ਐਮਰਜ ਹੋਏਗਾ। ਪੰਜਾਬ ਦੇ ਇਲੈਕਸ਼ਨ ਜਿਹੜੇ ਨੇ ਬਹੁਤ ਨਜ਼ਦੀਕ ਨੇ, 6 ਮਹੀਨੇ ਦਾ ਸਮਾਂ ਹੈ, ਔਰ ਪੰਜਾਬ ਦੀ ਜਿਹੜੀ ਸਿਆਸਤ ਆ ਨਾ ਬੜੀ ਇੰਟਰਸਟਿੰਗ ਹੁੰਦੀ ਜਾ ਰਹੀ ਹੈ। ਇੱਕ ਪਾਸੇ ਜਿਹੜੀ ਸੱਤਾ ਧਿਰ ਆ ਉਸ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਨੇ, ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੱਤਾ ਧਿਰ ਦਾ ਘਿਰਾਓ ਹੋ ਰਿਹਾ, ਔਰ ਦੂਜੇ ਪਾਸੇ ਅਕਾਲੀ ਦਲ ਇਸ ਵਾਰੀ ਭਾਜਪਾ ਦੇ ਨਾਲ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਯਾਨੀ ਕਿ ਬਸਪਾ ਦੇ ਨਾਲ ਇਸ ਵੇਲੇ ਪੰਜਾਬ ਦੀ ਜਿਹੜੀ 2022 ਵਿਧਾਨ ਸਭਾ ਦੀ ਚੋਣ ਹੈ ਉਹ ਲੜੇਗਾ। ਸੀਟਾਂ ਵੀ ਅਨਾਉਂਸ ਹੋ ਚੁੱਕੀਆਂ ਨੇ। ਔਰ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਤਖਤ ਤੇ ਬੈਠ ਕੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੰਦੇ ਨੇ, ਔਰ
ਕਦੇ ਪੰਜਾਬ ਦੇ ਵਿੱਚ ਆ ਕੇ ਬਿਜਲੀ ਦੇ ਮੁੱਦੇ ਲਈ ਵੱਡੇ ਜਿਹੜੇ ਐਲਾਨ ਨਹੀਂ ਬਲਕਿ ਗਾਰੰਟੀਜ਼ ਦਿੰਦੇ ਨੇ। ਕਿਸ ਤਰੀਕੇ ਨਾਲ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਇੱਕ ਵਾਰੀ ਫੇਰ ਤੋਂ ਜਿਹੜੀ ਸਰਗਰਮੀ ਫੜ ਰਹੀ ਹੈ ਪੰਜਾਬ ਦੇ ਵਿੱਚ, ਔਰ ਪੰਜਾਬ ਦੀ ਸਿਆਸਤ ਦੇ ਜਿਹੜੇ ਸਮੀਕਰਨ ਨੇ ਉਹ ਕਿਸ ਤਰੀਕੇ ਨਾਲ ਬਣਨਗੇ? ਦੇਖੋ, ਮੈਨੂੰ ਇਹ ਲੱਗਦਾ ਕਿ ਲੋਕਾਂ ਨੇ ਵੋਟ ਤਾਂ ਕਿਸੇ ਨੂੰ ਪਾਉਣੀ ਹੋ ਹੈ, ਪਰ ਇਹ ਤਿੰਨੋਂ ਜਿਹੜੇ ਗਰੁੱਪ ਨੇ, ਚਾਹੇ ਅਕਾਲੀ BSP ਹੈ, ਚਾਹੇ ਕਾਂਗਰਸ ਹੈ ਜਾਂ ਆਪ ਹੈ, ਉਹਦੇ ਕੋਲ ਪੰਜਾਬ ਦਾ ਕੋਈ ਏਜੰਡਾ ਨਹੀਂ ਹੈ। ਪੰਜਾਬ ਦੇ ਫਿਊਚਰ ਦਾ, ਪੰਜਾਬ ਜਿੱਡੇ ਵੱਡੇ ਸੰਕਟ ਚੋਂ ਨਾਲ ਉਲਝ ਜੂਝ ਰਿਹਾ ਹੈ। ਸਭ ਤੋਂ ਪਹਿਲਾ ਸੰਕਟ ਹੈ ਕਿ ਸਾਡਾ এনवायरमेंट ਇਸ ਕਦਰ ਖਰਾਬ ਹੋ ਗਿਆ, ਪਾਣੀ ਮੁੱਕਦਾ ਜਾ ਰਿਹਾ ਹੈ। ਵਿਗਿਆਨੀ ਇਹ ਕਹਿੰਦੇ ਨੇ 2039 ਤੱਕ ਪੰਜਾਬ ਬੰਜਰ ਹੋ ਜਾਊਗਾ। ਬਹੁਤ ਥੋੜਾ ਸਮਾਂ ਹੈ ਉਸ ਲੈਵਲ ਤੇ। ਅਗਲੀ ਗੱਲ ਹੈ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀ ਕਰ ਰਿਹਾ ਹੈ। ਬੇਰੁਜ਼ਗਾਰ ਬੰਦੇ ਨੌਕਰੀ ਲੱਭਦੇ ਫਿਰਦੇ ਨੇ, ਨੌਕਰੀ ਕਿਤੇ ਹੈ ਨਹੀਂ। ਵਿੱਦਿਆ ਦਾ ਭੱਠਾ ਬੈਠ ਰਿਹਾ ਸਾਰੇ ਪਾਸੇ। ਸਿਹਤ ਸਹੂਲਤਾਂ ਦਾ ਹਾਲ ਹੈ ਕਿ ਤੰਦਰੁਸਤ ਪੰਜਾਬ ਸੀ, ਕੈਂਸਰ ਤੇ ਕਾਲੇ ਪੀਲੀਏ ਦੇ ਰੋਗੀ ਜਿਸ ਲੈਵਲ ਤੇ ਵੱਧ ਰਹੇ ਨੇ ਉਹ ਸਾਡੇ ਸਾਹਮਣੇ ਹੈ। ਇਹ ਸਾਰੇ ਹਾਲਾਤ ਨੇ ਇੱਕ ਨਵੀਂ ਚੀਜ਼ ਪੈਦਾ ਕੀਤੀ ਹੈ। ਉਹ ਚੀਜ਼ ਇਹ ਪੈਦਾ ਕੀਤੀ ਹੈ ਕਿ ਪੰਜਾਬ ਉਜੜ ਰਿਹਾ ਬੁਰੀ ਤਰ੍ਹਾਂ। ਪੰਜਾਬ ਦੇ ਨੌਜਵਾਨ ਉਹ ਹਾਇਰ ਐਜੂਕੇਸ਼ਨ ਇੱਥੇ ਕਰਨ ਦੀ ਬਜਾਏ ਆਈਲੈਟਸ ਕਰਕੇ ਵਿਦੇਸ਼ ਜਾ ਰਹੇ ਨੇ। ਹੁਣ ਤਾਂ ਰਿਸ਼ਤੇ ਵੀ ਆਈਲੈਟਸ ਦੇ ਬੇਸ ਤੇ ਹੋ ਰਹੇ ਨੇ। ਮੈਜੋਰਿਟੀ ਰਿਸ਼ਤਾ ਪੰਜਾਬ 'ਚ ਉਹ ਹੈ, ਖਾਸ ਤੌਰ ਤੇ ਮਿਡਲ ਕਲਾਸ 'ਚ। 1.5 ਲੱਖ ਬੱਚਾ ਜਿਹੜਾ ਜਿਹਨੇ ਪੰਜਾਬ 'ਚ ਰਹਿਣਾ ਸੀ, ਜਿਹੜਾ ਹੁਨਰਮੰਦ ਹੈ, ਜਿਹੜਾ ਪੜ੍ਹਿਆ ਲਿਖਿਆ ਹੈ, ਜੇ ਉਹ ਡਰੇਨ ਹੋ ਰਿਹਾ ਲਗਾਤਾਰ, ਤਾਂ ਪੰਜਾਬ ਨੇ ਕਿਵੇਂ ਬਚਣਾ ਅਗਲੇ? ਅਜੇ ਤੱਕ ਕਿਸੇ ਪਾਰਟੀ ਦੇ ਏਜੰਡੇ ਤੇ ਨਹੀਂ ਕਿ ਇਹ ਪੰਜਾਬ ਦਾ ਉਜਾੜਾ ਹੈ। ਇਹਨੂੰ ਉਹ ਬਲਕਿ ਉਹ ਵਧਾ ਰਹੇ ਨੇ। ਇਸ ਕਰਕੇ ਇਹਨਾਂ ਪਾਰਟੀਆਂ ਤੋਂ ਕੋਈ ਇਸ ਲੈਵਲ ਦੀ ਉਮੀਦ ਤਾਂ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ ਕਿ ਪੰਜਾਬ ਦਾ ਕੋਈ ਭਲਾ ਹੋ ਜਾਊਗਾ ਜਾਂ ਪੰਜਾਬ ਕੁਝ ਸਿੱਖ ਜਾਊਗਾ ਜਾਂ ਪੰਜਾਬ ਕਿਸੇ ਮੋੜਾ ਕੱਟ ਜਾਊਗਾ। ਤੇ ਜੇਕਰ ਇਹੀ ਰਹੀਆਂ ਕਿਸਾਨ ਅੰਦੋਲਨ 'ਚੋਂ ਜੇ ਤਾਂ ਕੋਈ ਅਲਟਰਨੇਟਿਵ ਆਉਂਦਾ ਫਿਰ ਤਾਂ ਸ਼ਾਇਦ ਇਹਨਾਂ ਨਾਲ ਦਾ ਵੀ ਨਾ ਕੁਝ ਬਣੇ, ਫਿਰ ਤਾਂ ਇੱਕ ਅਲਟਰਨੇਟਿਵ ਵੀ ਬਣ ਜਾਊਗਾ ਹੋਰ ਤਾਂ ਇੱਦਾਂ। ਪਰ ਇਹਨਾਂ ਦੇ ਵਿੱਚੋਂ ਵੀ ਜਿਹੜੀ ਵੀ ਕੋਈ ਬਣੇਗੀ 19-21 ਦਾ ਕੋਈ ਫਰਕ ਨਹੀਂ ਪੈਣਾ। ਉਹਦਾ ਕਾਰਨ ਇਹ ਹੋ ਗਿਆ ਕਿ ਸੈਂਟਰਲਾਈਜੇਸ਼ਨ ਇੰਨੀ ਹੋ ਗਈ ਹੈ ਹੁਣ ਹਰ ਗੱਲ ਤੇ। ਖੇਤੀ ਵੀ ਕੇਂਦਰ ਦੇ ਕੋਲ ਚਲੀ ਗਈ, ਪੁਲਿਸ ਵੀ ਹੁਣ ਤਾਂ ਕੇਂਦਰ ਕੋਲ ਚਲੀ ਗਈ ਕਿਉਂਕਿ NIA ਤੇ UAPA ਜਿਹਦੇ ਮਰਜ਼ੀ ਜਾ ਕੇ ਪੁਲਿਸ ਲਾ ਦਿੰਦੀ ਹੈ। ਤੇ ਹੁਣ ਟੈਕਸ ਲਾਉਣ ਤੇ ਟੈਕਸ ਹਟਾਉਣ ਦਾ ਹੱਕ ਵੀ GST ਦੇ ਰੂਪ ਦੇ ਵਿੱਚ ਕੇਂਦਰ ਕੋਲ ਚਲਾ ਗਿਆ। ਤਾਂ ਬੈਠ ਕੇ ਮੁੱਖ ਮੰਤਰੀ ਕੀ ਕਰੂਗਾ ਇੱਥੇ? ਸਟੇਟ ਦੇ ਕੋਲ ਕੀ ਚੀਜ਼ਾਂ ਹੁੰਦੀਆਂ ਨੇ? ਇੱਕ ਚੀਜ਼ ਹੁੰਦੀ ਹੈ ਕਿ ਤੁਸੀਂ ਮਾਲੀ ਤੌਰ ਤੇ, ਆਰਥਿਕ ਤੌਰ ਤੇ ਲੋਕਾਂ ਦਾ ਨੁਕਸਾਨ ਕਰ ਸਕਦੇ ਹੋ ਜਾਂ ਫਾਇਦਾ ਕਰ ਸਕਦੇ ਹੋ। ਦੂਜੀ ਚੀਜ਼ ਹੁੰਦੀ ਹੈ ਕਿ ਤੁਸੀਂ ਸਰੀਰਕ ਤੌਰ ਤੇ ਲੋਕਾਂ ਨੂੰ ਜਾਂ ਆਜ਼ਾਦੀ ਦੇ ਸਕਦੇ ਹੋ ਜਾਂ ਅੰਦਰ ਬੰਦ ਕਰ ਸਕਦੇ ਹੋ। ਇਹ ਦੋਨੋਂ ਸਟੇਟ ਦੇ ਕੋਲੋਂ ਵੀ ਚਲੀਆਂ ਗਈਆਂ ਪੰਜਾਬ ਦੀ ਕੋਲੋਂ। ਤੇ ਹੋਰ ਕੀ ਕਰੂਗਾ? ਠੀਕ ਹੈ, ਥੋੜਾ ਬਹੁਤ ਜਿਹੜਾ ਮਾੜਾ ਮੋਟਾ ਬਚਿਆ ਹੈ ਉਹ ਲੁੱਟ ਲੱਟ ਲੈਣਗੇ, ਹੋਰ ਖਾ ਖੂ ਲੈਣਗੇ, ਇਦੋਂ ਬਿਨਾਂ ਕੁਛ ਨਹੀਂ। ਯਾਨੀ ਕਰਜ਼ਾ ਹੋਰ ਵੱਧ ਸਕਦਾ ਹੈ ਪੰਜਾਬ ਦੇ ਸਿਰ ਤੇ। ਜਿਹੜਾ ਪਹਿਲਾਂ ਹੀ 300 ਕਰੋੜ ਤੋਂ ਉੱਪਰ ਦਾ ਕਰਜ਼ਾ ਹੈ ਉਹ ਹੋਰ ਵੱਧ ਸਕਦਾ ਹੈ। ਕਿਸੇ ਪਾਰਟੀ ਤੋਂ ਕੋਈ ਉਮੀਦ ਜਿਹੜੀ ਆ ਉਹ ਨਹੀਂ ਰੱਖੀ ਜਾ ਸਕਦੀ। ਨਹੀਂ, ਕਰਜ਼ਾ ਤਾਂ ਵੱਧਦਾ ਹੀ ਰਿਹਾ, ਹਰ ਗਵਰਨਮੈਂਟ 'ਚ ਵਧਿਆ। ਹੁਣ ਲਗਭਗ ਪੌਣੇ 3 ਲੱਖ ਕਰੋੜ ਰੁਪਈਆ ਹੋ ਗਿਆ ਔਰ 15-16 ਹਜ਼ਾਰ ਕਰੋੜ ਰੁਪਈਆ ਤੁਹਾਨੂੰ ਕਰਜ਼ੇ ਦਾ ਵਿਆਜ ਦੇਣਾ ਪੈ ਰਿਹਾ। ਪੰਜਾਬ ਦਾ ਬਜਟ ਕੀ ਹੈ ਇਸ ਵਾਰ? 82,000 ਕਰੋੜ ਰੁਪਈਆ ਇਹਨਾਂ ਨੂੰ ਇਕੱਠਾ ਹੋਇਆ ਮਾਲੀਆ ਐਤਕੀ ਦੇ ਸਾਲ ਦੇ ਵਿੱਚ। ਉਹਦੇ 'ਚੋਂ ਕੀ ਜਾਂਦਾ ਹੈ? ਉਹਦੇ 'ਚੋਂ 11,600 ਕਰੋੜ ਰੁਪਈਆ ਸਬਸਿਡੀ ਹੈ ਇੰਡਸਟਰੀਲਿਸਟ ਨੂੰ ਵੀ ਤੇ ਬਾਕੀ ਵੀ ਬਿਜਲੀ ਦੀ ਜਿਹੜੀ ਇਕੱਲੀ ਹੈ। ਤੇ ਉਹਦੇ 'ਚੋਂ 15-16 ਹਜ਼ਾਰ ਕਰੋੜ ਰੁਪਈਆ ਕਰਜ਼ੇ ਦਾ ਵਿਆਜ ਹੈ। ਉਹ 'ਚੋਂ ਲਗਭਗ 40,000 ਕਰੋੜ ਰੁਪਈਆ ਜਿਹੜਾ ਉਹ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਨੇ। ਕੀ ਬਚਿਆ? ਲੋਕਾਂ ਨੇ ਕੀ ਹੈ? ਲੋਕਾਂ ਨੇ ਤਾਂ ਬਚਣਾ ਹੀ ਨਹੀਂ ਉਹਦੇ 'ਚੋਂ ਜੇਕਰ ਉਸੇ ਤਰੀਕੇ ਦੇ ਨਾਲ ਕੰਮ ਕਰਨਾ। ਇਸ ਕਰਕੇ ਹਾਲਾਤ ਜਿੰਨੇ ਮਾੜੇ ਨੇ ਉਨੀ ਗੰਭੀਰਤਾ ਸਾਡੀਆਂ ਨਾ ਸਿਆਸੀ ਪਾਰਟੀਆਂ 'ਚ, ਨਾ ਬਿਊਰੋਕਰੇਸੀ 'ਚ ਨਾ ਹੈ। ਇਹ ਜਾਗਰੂਕਤਾ ਹੀ ਹੈ ਅੰਦੋਲਨ ਦੀ, ਜਾਂ ਸਿਆਸੀ ਲੋਕ ਜਾਂ ਬੁੱਧੀਜੀਵੀ ਜਾਂ ਜੋ ਵੀ ਲੱਗੇ ਰਹਿਣ ਤੇ ਜਿੰਨੀ ਜ਼ਿਆਦਾ ਉਹ ਆ ਜਾਏਗੀ ਉਨਾ ਹੀ ਮਤਲਬ ਫਾਇਦਾ ਪੰਜਾਬ ਦਾ ਹੋਏਗਾ। ਹਾਂ, ਸਰਕਾਰ ਕਿਸੇ ਦੀ ਬਣ ਵੀ ਜਾਂਦੀ ਹੈ ਮੰਨ ਲਓ, ਪਰ ਜੇ ਜਾਗਰੂਕਤਾ ਕਾਇਮ ਰਹੀ, ਵੱਡੇ ਪੱਧਰ ਤੇ ਰਹੀ, ਘੱਟੋ ਘੱਟ ਉਨੀ ਲੁੱਟ ਨਹੀਂ ਕਰ ਪਾਊਗੀ ਜਿਹਦੀ ਮਰਜ਼ੀ ਆ ਜਾਏ। ਜਿਸ ਤਰ੍ਹਾਂ ਹੁਣ ਸਵਾਲ ਪੁੱਛੇ ਜਾ ਰਹੇ ਨੇ, ਜੇ ਸਵਾਲ ਹੁੰਦੇ ਰਹਿਣਗੇ ਲਗਾਤਾਰ ਤਾਂ ਹਰ ਪਿੰਡ ਸਵਾਲ ਕਰੂਗਾ। ਪਿੰਡਾਂ ਦੀਆਂ ਗ੍ਰਾਮ ਸਭਾਵਾਂ ਐਕਟਿਵ ਹੋਣਗੀਆਂ, ਪਿੰਡਾਂ ਦੇ ਲੋਕ, ਸ਼ਹਿਰਾਂ ਦੇ ਵਾਰਡ ਸਭਾਵਾਂ ਐਕਟਿਵ ਹੋਣਗੀਆਂ, ਇਕੱਠ ਕਰਕੇ ਲੋਕ ਪੁੱਛਿਆ ਕਰਨਗੇ। ਫਿਰ ਥੋੜਾ ਜਿਹਾ ਡਰ ਪੈਦਾ ਹੋ ਜਾਂਦਾ ਕਿਤੇ ਨਾ ਕਿਤੇ, ਔਰ ਉਹਦੇ 'ਚ ਜਵਾਬਦੇਹੀ ਤੇ ਪਾਰਦਰਸ਼ਤਾ ਆਏਗੀ। ਇਹੀ ਜਵਾਬਦੇਹੀ ਤੇ ਪਾਰਦਰਸ਼ਤਾ ਜਿਹੜੀ ਸਿਸਟਮ ਦੇ ਵਿੱਚ ਥੋੜਾ ਜਿਹਾ ਭੂਮਿਕਾ ਨਿਭਾਏਗੀ, ਅਗਲਾ ਕਦਮ ਪੁੱਟਣ ਦੇ ਲਈ ਥੋੜਾ ਜਿਹਾ ਹੌਸਲਾ ਪੈਦਾ ਕਰੇਗੀ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਪੰਜਾਬ ਦੇ ਸਿਆਸੀ ਭਵਿੱਖ ਦੀ, ਦੇਸ਼ ਦੇ ਸਿਆਸੀ ਭਵਿੱਖ ਦੀ ਗੱਲਬਾਤ ਕੀਤੀ ਕਿ ਕਿਸ ਤਰੀਕੇ ਨਾਲ ਚੋਣ ਮੈਨੀਫੈਸਟੋ ਮਹਿਜ਼ ਵਾਅਦੇ ਜਿਹੜੇ ਨੇ ਲੁਭਾਵਣੇ ਵਾਅਦਾ ਤੱਕ ਸਿਮਟ ਕੇ ਰਹਿ ਗਿਆ, ਦਾਅਵਿਆਂ ਤੱਕ ਸਿਮਟ ਕੇ ਰਹਿ ਗਿਆ। ਉਹ ਵਾਅਦੇ ਚੋਣਾਂ ਪੂਰੇ ਹੋਣ ਤੋਂ 5 ਸਾਲ ਬਾਅਦ ਤੱਕ ਜਿਹੜੇ ਨੇ ਉਹ ਪੂਰੇ ਨਹੀਂ ਹੁੰਦੇ। ਮਜਬੂਰੀ ਵਸ ਲੋਕਾਂ ਨੂੰ ਆਪਣੇ ਹੱਕ ਮੰਗਣ ਲਈ ਸੜਕਾਂ 'ਤੇ ਆਉਣਾ ਪੈਂਦਾ ਹੈ। ਜਿਸ ਤਰੀਕੇ ਨਾਲ ਇਸ ਵੇਲੇ ਪੰਜਾਬ 'ਚ ਬੇਰੁਜ਼ਗਾਰੀ ਅਧਿਆਪਕਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਬਿਜਲੀ ਦੇ ਮੁੱਦੇ ਨੂੰ ਲੈ ਕੇ ਜਿਹੜੇ ਆਮ ਲੋਕ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਵਿਰੋਧੀ ਧਿਰਾਂ ਵੀ ਜਿਹੜੀ ਵੋਟ ਬੈਂਕ ਬਟੋਰਨ ਦੇ ਲਈ ਬਿਜਲੀ ਦੇ ਮੁੱਦੇ ਨੂੰ
ਮੁੱਦਾ ਬਣਾ ਕੇ ਲੜ ਰਹੀਆਂ ਨੇ। ਪਰ ਅਸਲੀ ਗੱਲ ਕਿ ਪੰਜਾਬ ਦਾ ਜਿਹੜਾ ਭਵਿੱਖ ਹੈ, ਪੰਜਾਬ ਦੀ ਜਿਹੜੀ ਚਿੰਤਾ ਹੈ ਉਹ ਕਿਸ ਪਾਰਟੀ ਨੂੰ ਹੈ, ਔਰ ਕਿਸਾਨੀ ਅੰਦੋਲਨ ਇੱਕ ਆਸ ਦੀ ਕਿਰਨ ਜ਼ਰੂਰ ਬਣ ਸਕਦਾ ਹੈ ਪੰਜਾਬ ਦੇ ਲਈ, ਜੇ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹ ਅਹਿਮ ਭੂਮਿਕਾ ਨਿਭਾਉਣ। ਫਿਰ ਹਾਜ਼ਰ ਹੋਵਾਂਗੇ, ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।